ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਣੀ ਭਗਤ ਨਾਮਦੇਵ ਜੀ ਕੀ। ਆਸਾ ਰਾਗ ਦੇ ਵਿੱਚ ਹੀ ਹੈ। ਇਹ ਵੀ ਉਹੀ ਉਪਦੇਸ਼ ਹੈ ਭਗਤ ਜੀ ਦਾ। ਪਹਿਲਾਂ ਆਪਾਂ ਪਿੱਛੇ ਵਿਚਾਰਿਆ ਮਨ ਮੇਰੋ ਗਜ, ਇਹ ਵੀ ਮਨ ਨੂੰ ਹੀ ਉਪਦੇਸ਼। ਹੁਣ ਮਨ ਦੀ ਅਵਸਥਾ ਬਾਰੇ ਆਪਾਂ ਨੂੰ ਸਮਝਾ ਰਹੇ ਨੇ ਭਗਤ ਜੀ। ਕੀ ਸਮਝਾਉਂਦੇ ਨੇ? ਆਸ਼ਾ ਸਾਪ ਕੁੰਚ ਛੋਡੇ, ਬਿਖ ਨਹੀਂ ਛਾਡੇ, ਉਦਕ ਮਾਹੇ ਜੈਸੇ ਬਗ ਧਿਆਨ ਮੰਡੈ। ਕਾਹੇ ਕੋ ਕੀਜੇ ਧਿਆਨ ਜਪੰਨਾ, ਜਬ ਤੇ ਸੁਧ ਨਾਹੀ ਮਨ ਆਪਣਾ। ਰਹਾਓ। ਸਿੰਘ ਚ ਭੋਜਨ ਜੋ ਨਰ ਜਾਣੇ, ਐਸੇ ਹੀ ਠੱਗ ਦਿਓ ਬਖਾਨੇ। ਨਾਮੇ ਕੇ ਸੁਆਮੀ ਲਾਹੇ ਰੇ ਝਗਰਾ, ਰਾਮ ਰਸੈਨ ਪੀਓ ਰੇ ਤਗਰਾ। ਕੀ ਸਮਝਾਉਂਦੇ ਆ ਭਗਤ ਜੀ? ਇੱਥੇ ਮਨ ਦੀ ਅਵਸਥਾ ਬਾਰੇ ਆਪਾਂ ਨੂੰ ਭਗਤ ਜੀ ਸਮਝਾ ਰਹੇ ਨੇ। ਪਿੱਛੇ ਆਪਾਂ ਨੂੰ ਸਮਝਾਇਆ ਵੀ ਜਦ ਤੱਕ ਮਨ ਆਪਦੀ ਹੋਂਦ ਨਹੀਂ ਛੱਡ ਦਿੰਦਾ ਹੈ। ਮਨ ਦੀ ਹੋਂਦ ਕੀ ਹੈ? ਮਨ ਦੀ ਅਵਸਥਾ ਕੀ ਹੈ? ਇੱਛਾ। ਇੱਛਾ ਹੀ ਮਨ ਹੈ। ਜਦੋਂ ਇੱਛਾ ਮੁੱਕ ਜਾਂਦੀਆਂ ਨੇ, ਸਾਡੀ ਇੱਛਾ ਨਾਲ ਸੰਸਾਰ ਨਹੀਂ ਚੱਲਦਾ ਹੈਗਾ। ਪਰ ਫਿਰ ਵੀ ਅਸੀਂ ਜਦੋਂ ਜਹਿ 'ਚ ਲੱਗੇ ਰਹਿੰਦੇ ਹਾਂ। ਜਦੋਂ ਕਾਲ ਆਉਂਦਾ ਫਿਰ ਇੱਕ ਨਹੀਂ ਚੱਲਦੀ। ਚਾਹੇ ਸਿਆਣੇ ਬਣੀਏ, ਚਾਹੇ ਰਾਜੇ ਹੋਈਏ, ਰਾਜਾ ਪਰਜਾ ਸੰਕਰ ਮਾਰੇ, ਐਸੋ ਕਾਲ ਵਡਾਨੀ ਰੇ। ਪਰ ਫਿਰ ਵੀ ਅਸੀਂ ਜਦੋਂ ਜਹਿ 'ਚ ਲੱਗੇ ਰਹਿੰਦੇ, ਜਦ ਤੱਕ ਮਨ ਦੀ ਹੋਂਦ ਨਹੀਂ ਖਤਮ ਹੁੰਦੀ। ਮਨ ਦੀ ਹੋਂਦ ਕਦੋਂ ਖਤਮ ਹੁੰਦੀ ਹੈ? ਤਾਂ ਜੇ ਆਪ ਮਿਟੇ ਸੰਤਾਪ ਆਪ ਨਾ ਜਣਾਈਏ। ਜਦੋਂ ਆਪਾਂ ਖਤਮ ਕਰ ਲੈਂਦੇ ਆਪਾਂ ਸੰਸਾਰ ਨੂੰ, ਸਾਡਾ ਝਗੜਾ ਖਤਮ ਹੋ ਜਾਂਦਾ, ਭੈ ਤੋਂ ਮੁਕਤ ਹੋ ਜਾਂਦੇ ਹਾਂ, ਮੋਹ ਦਾ ਜਾਲ ਕੱਟਿਆ ਜਾਂਦਾ। ਉਸ ਅਵਸਥਾ ਦੇ ਵਿੱਚ ਆਪਣੇ ਕੋਲ ਦੋ ਪਦਾਰਥ ਹੁੰਦੇ ਆ, ਗਿਆਨ ਅਤੇ ਮੁਕਤੀ। ਉਹ ਗਿਆਨ ਕਿਵੇਂ ਹੁੰਦਾ ਹੈ? ਗੁਰ ਸ਼ਬਦ ਨਾਲ ਜੁੜ ਕੇ ਆਪਾਂ ਨੂੰ ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੈ। ਗੁਰ ਸ਼ਬਦ ਤੋਂ ਬਿਨਾਂ ਗਿਆਨ ਨਹੀਂ ਹੁੰਦਾ, ਗਿਆਨ ਤੋਂ ਬਿਨਾਂ ਮਨ ਨਹੀਂ ਟਿਕਦਾ, ਮਨ ਟਿਕੇ ਤੋਂ ਬਿਨਾਂ ਕਾਲ ਨਹੀਂ ਛੱਡਦਾ। ਮਨ ਹੀ ਕਾਲ ਰੂਪ ਹੈ। ਇੱਛਾ ਹੀ ਚੱਲਦੀਆਂ ਰਹਿਣੀ, ਜਿਹਨੂੰ ਸਮਾਂ ਆ ਜਾਂਦਾ। ਬਿਰਧ ਪਿਓ ਸੂਝੇ ਨਹੀਂ ਕਾਲ ਪਹੁੰਚੇ ਹੋਣ। ਭਗਤ ਜੀ ਨੇ ਪਿਛਲੇ ਸ਼ਬਦ ਦੇ ਵਿੱਚ ਆਪਾਂ ਨੂੰ ਸਮਝਾਇਆ ਵੀ ਇਹਨੂੰ ਗਜ ਵਾਂਗੂ ਸਿੱਧਾ ਕਰਨਾ ਹੈ। ਗਜ ਵਾਂਗੂ ਸਿੱਧੇ ਤੋਂ ਭਾਵ ਮਨ ਦੀ ਮ੍ਰਿਤਿਓ। ਸ਼ਬਦ ਮਰੈ ਫਿਰ ਜੀਵੇ ਫੁਨ ਹੀ, ਫਿਰ ਬਹੁਰ ਨ ਮਰਨਾ ਹੋਈ। ਜੀਵਨ ਮੁਕਤ ਸੋ ਆਖੀਏ, ਮਰ ਜੀਵੇ ਮਰੀ ਆਸਾ ਕੀ। ਬਸ ਸਤਿਗੁਰਾਂ ਨੇ ਸਮਝਾਇਆ, ਉਹਨੂੰ ਜੀਵਨ ਮੁਕਤ ਆਪਾਂ ਕਹਿ ਸਕਦੇ ਹਾਂ। ਜਦੋਂ ਗੁਰ ਸ਼ਬਦ ਦੇ ਗਿਆਨ ਇੱਛਾ ਮਰ ਜਾਂਦੀਆਂ ਨੇ, ਇਹ ਵਰ ਕੇ ਜਿਉਂਦਾ ਹੋ ਜਾਂਦਾ ਹੈ। ਸੁਖਮਨੀ ਸਾਹਿਬ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ, ਭੁੱਖੇ ਕੋ ਦੇਤ ਆਧਾਰ, ਮ੍ਰਿਤਕ ਕੋ ਜਵਾਲਣ ਹਾਰ। ਮ੍ਰਿਤਕ ਸੀ, ਮਨ ਜਿਉਂਦਾ ਹੋ ਗਿਆ। ਸ਼ਬਦ ਮਰੇ ਸ਼ਬਦ ਗਿਆਨ ਨਾਲ, ਫਿਰ ਜਿਉਂਦੇ ਹੋਣ ਤੋਂ ਬਾਅਦ ਕੀ ਹੈ? ਫਿਰ ਵੀ ਮਰਿਆ ਹੈ। ਜੀਵਨ ਮੁਕਤ ਸੋ ਆਖੀਏ, ਮਰ ਜੀਵੇ। ਮਰ ਕੇ ਜਿਉਂਦਾ ਹੋ ਗਿਆ, ਫਿਰ ਮਰਿਆ। ਮਰੇ ਤੋਂ ਭਾਵ ਬੋਲਦਾ ਨਹੀਂ ਹੈਗਾ। ਫਿਰ ਬੁਲਾਇਆ ਬੋਲਦਾ। ਉਸ ਅਵਸਥਾ ਜਾ ਕੇ ਇਹ ਜਸ ਹੁੰਦਾ ਹੈ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਕੁਜਲੇ। ਕੀਤੀ ਛੁੱਟੀ ਨਾਲ ਜਿਹੜੇ ਗੁਰਸਿੱਖ ਗੁਰ ਸ਼ਬਦ ਦੀ ਕਮਾਈ ਕਰਦੇ ਨੇ, ਉਹਨਾਂ ਨੂੰ ਇਹ ਅਵਸਥਾ ਪ੍ਰਾਪਤ ਹੁੰਦੀ। ਆਪਾਂ ਵੀ ਤਾਂ ਕਰਨੀ ਹੈ ਭਾਈ ਇਹ ਅਵਸਥਾ ਪ੍ਰਾਪਤ। ਭਗਤ ਜੀ ਸਮਝਾਉਂਦੇ ਆ ਵੀ ਜੇ ਸੱਪ ਕੰਜ ਲਾ ਗਿਆ ਤਾਂ ਉਹਦੇ ਅੰਦਰ ਜ਼ਹਿਰ ਥੋੜ੍ਹੀ ਚੱਲੇਗੀ, ਉਹ ਡੰਗ ਤਾਂ ਮਾਰੂਗਾ ਹੀ। ਇਵੇਂ ਮਨ ਨੂੰ ਅਸੀਂ ਵੱਡਾ ਬਣਾਤਾ। ਮਨ ਅੰਧਾ ਨੌ ਸੁਜਾਨ ਆਸਾ ਕੀ। ਪਰ ਸਤਿਗੁਰਾਂ ਨੇ ਸਮਝਾਇਆ, ਅੰਨਾ ਮਨ ਹੈ ਗੁਰੂ ਬਣਿਆ ਬੈਠਾ ਹੈ। ਵੀ ਜਿਹੜੇ ਕੰਜ ਲਾਤੀ ਸੱਪ ਨੇ ਤਾਂ ਜ਼ਹਿਰ ਥੋੜ੍ਹੀ ਛੱਡਤੀ। ਉਦਕ ਮਾਹੇ ਜੈਸੇ ਬੰਗ ਧਿਆਨ ਮਾਂਡੇ। ਬੱਗ ਬੰਗਲਾ ਉਹ ਪਾਣੀ ਦੇ ਕਿਨਾਰੇ ਵਹਿੰਦਾ, ਅੱਖਾਂ ਮੀਚ ਲੈਂਦਾ। ਇਹ ਬੰਗਲਾ ਭਗਤੀ ਹੈ। ਸਾਰੀਆਂ ਜਿੰਨੀਆਂ ਵੀ ਮਾਨਵ ਸੋਚਾਂ ਆਪਾਂ ਦੇਖ ਰਹੇ ਹਾਂ ਮਾਇਆ ਧਾਰੀ ਲੋਕਾਂ ਦੀਆਂ, ਉਹ ਜਦੋਂ ਡੱਡੂ ਨਿਕਲਦਾ ਟੋਭੇ 'ਚੋਂ ਦੇਖਦਾ, ਉਹਦੇ ਕੰਨੀ ਬੰਗਲੇ ਕੰਨੀ ਉਹ ਅੱਖਾਂ ਮੀਚ ਲੈਂਦਾ। ਸ਼ੈਤਾਨ ਹੁੰਦਾ, ਜਦੋਂ ਕੋਲੇ ਆਉਂਦਾ ਉਹ ਡੁੱਕ ਲੈਂਦਾ ਵਾ, ਖਾ ਜਾਂਦਾ ਉਹਨੂੰ। ਇਵੇਂ ਇਹ ਸੰਸਾਰੀ ਧਰਮ ਦੇ ਲੋਕ ਸਾਨੂੰ ਗੁੰਮਰਾਹ ਕਰਦੇ ਨੇ, ਬਾਣੀ ਨੂੰ ਤੋੜ ਕੇ ਆਪਦੇ ਨਾਲ ਜੋੜ ਲੈਂਦੇ ਨੇ। ਆਪਾਂ ਗੁਰੂ ਘਰ ਵੀ ਜਾਣਾ, ਜਿੱਥੇ ਗੁਰੂ ਕੇ ਪਿਆਰੇ ਬਾਣੀ ਨੂੰ ਵਿਚਾਰਦੇ ਨੇ, ਉੱਧਰ ਸ਼ਬਦ ਕੰਨੀ ਧਿਆਨ ਰੱਖਣਾ ਹੈ। ਸ਼ਬਦ ਦੇ ਧਾਰਨੀ ਬਣਨਾ। ਸਿੱਖੀ ਦਾ ਘਰ ਹੈ ਗੁਰੂ ਘਰ। ਮੁਕਤੀ ਦਾ, ਦੁੱਖਾਂ ਤੋਂ ਛੁਟਕਾਰਾ ਹੋਣਾ ਆਪਣਾ। ਜਪਜੀ ਸਾਹਿਬ ਵੀ ਆਪਾਂ ਰੋਜ਼ ਪੜ੍ਹਦੇ ਹਾਂ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਦੁੱਖ ਸਾਗਰ 'ਚੋਂ ਆਪਾਂ ਸੁੱਖ ਸਾਗਰ 'ਚ ਪਹੁੰਚਣਾ ਵਾ। ਆਪਾਂ ਇੱਥੇ ਸਾਰਾ ਕੁਛ ਭਾਲੀ ਜਾਂਦੇ ਹਾਂ। ਅੱਗੇ ਭਗਤ ਜੀ ਸਮਝਾਉਂਦੇ ਆ, ਕਾਹੇ ਕੋ ਕੀਜੇ ਧਿਆਨ ਜਪੰਨਾ, ਜਬ ਤੇ ਸੁਧ ਨਾਹੀ ਮਨ ਆਪਣਾ। ਮਨ ਨੂੰ ਸ਼ੁੱਧ ਕਰਨਾ ਸੀਗਾ। ਮਨ ਤਾਂ ਰਾਜਾ ਸੁਲਤਾਨ ਬਣਿਆ ਬੈਠਾ ਹੈ। ਮਨ ਤਾਂ ਸਾਰੀਆਂ ਡਿਗਰੀਆਂ ਪ੍ਰਾਪਤ ਕਰੀ ਬੈਠਾ ਹੈ। ਸੰਤ ਬਣਿਆ, ਸਤਿਗੁਰ ਗੁਰੂ, ਪਤਾ ਨਹੀਂ ਕਿੰਨੀਆਂ ਕੁ ਡਿਗਰੀਆਂ ਨੇ ਪ੍ਰਾਪਤ ਕਰ ਲਈਆਂ ਸਰੀਰ ਕਰਕੇ। ਪਰ ਜਦੋਂ ਕਾਲ ਆਉਂਦਾ ਫਿਰ ਇੱਕ ਨਹੀਂ ਚੱਲਦੀ। ਉਹ ਵੀ ਆਪਾਂ ਨੂੰ ਗੁਰੂ ਸਾਹਿਬਾਨਾਂ ਨੇ ਸਮਝਾਇਆ, ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ। ਨਾਲ ਜਦੋਂ ਕਾਲ ਆਉਂਦਾ ਫਿਰ ਇਹਦੀ ਸਿਆਣਪ ਇੱਕ ਨਹੀਂ ਚੱਲਦੀ। ਫਿਰ ਕੀ ਖੱਟਿਆ ਆਪਾਂ? ਇਹ ਗਲਤੀ ਨਹੀਂ ਕਰਨੀ।
ਸ਼ੁੱਧ ਕਿਵੇਂ ਹੋਊਗਾ ਮਨ? ਮਨ ਧੋਵੋ ਗੁਰ ਸ਼ਬਦ ਲਾਗੋ, ਹਰਸਿਉ ਰਹੋ ਚਿਤ ਲਾਏ। ਆਨੰਦ ਸਾਹਿਬ ਦੀ ਬਾਣੀ ਸਤਿਗੁਰਾਂ ਨੇ ਸਮਝਾਇਆ। ਅਨੇਕਾਂ ਉਪਦੇਸ਼ ਦੇ ਦੇ ਕੇ ਬਾਣੀ ਆਪਾਂ ਨੂੰ ਉਹ ਅਦ੍ਰਿਸ਼ਟ ਨੂੰ ਦ੍ਰਿਸ਼ਟਮਾਨ ਦੁਨੀਆ ਦੇ ਵਿੱਚ ਸਮਝਾ ਰਹੀ ਆ। ਆਪਾਂ ਉਹਨੂੰ ਪੜ੍ਹਨ ਨੂੰ ਪ੍ਰਾਪਤੀ ਸਮਝ ਲੈਂਦੇ ਹਾਂ। ਮਨਾ ਵੀ ਕੀਤਾ ਸਤਿਗੁਰਾਂ ਨੇ, ਪੜ੍ਹ ਗੱਡੀ ਲੱਦੀ ਹੈ, ਪਰ ਫਿਰ ਵੀ ਅਸੀਂ ਨਹੀਂ ਹਟਦੇ। ਜੇਤਾ ਪੜ੍ਹਿਆ ਤੇਤਾ ਕੜਿਆ ਆਸਾ ਕੀ ਬਾਤ ਸਤਿਗੁਰਾਂ ਨੇ ਸਮਝਾਇਆ ਵੀ ਜਿੰਨਾ ਅਸੀਂ ਪੜ੍ਹਦੇ ਹਾਂ ਜ਼ਿਆਦਾ, ਮਨ ਉਨਾ ਵਿਗੜ ਜਾਂਦਾ ਹੈ। ਕਿਉਂਕਿ ਪੜ੍ਹਦਾ ਕਾਹਦੀ ਖਾਤਰ ਹੈ? ਮਾਇਆ ਖਾਤਰ। ਇਹਦੀ ਕੀਮਤ ਕੀ ਪਾਉਂਦਾ ਬਾਣੀ ਦੀ? ਪੜ੍ਹ ਕੇ ਕੀ ਮੰਗਦਾ? ਮਾਇਆ। ਪੜ੍ਹਦਾ ਵੀ ਵਿਚਾਰਦਾ ਵੀ ਨਾਨਕ ਨਾਮ ਅਮੋਲ। ਇਹ ਤਾਂ ਅਮੋਲ ਹੈ ਭਾਈ, ਮਾਇਆ ਤਾਂ ਉਹਨੇ ਬਣਾਈ ਹੈ। ਨਾਮ ਨੇ ਤਾਂ ਸਾਰਾ ਕੁਝ ਪੈਦਾ ਕੀਤਾ ਹੈ। ਬਾਣੀ ਸਾਨੂੰ ਨਾਮ ਦੇ ਬਾਰੇ ਸਮਝਾ ਰਹੀ ਹੈ। ਨਾਮ ਦੀ ਪ੍ਰਾਪਤੀ ਕਰਨ ਆਪਾਂ ਆਏ ਹਾਂ। ਬਿਨ ਤੁਧ ਜੇ ਹੋਰ ਮੰਗਣਾ ਸਿਰ ਦੁੱਖਾਂ ਕੇ ਦੁੱਖ, ਜੇ ਅਸੀਂ ਮੰਗਾਂਗੇ ਫਿਰ ਦੁੱਖ ਮੰਗਾਂਗੇ। ਦੇ ਨਾਮ ਸੰਤੋਖੀ ਉਤਰੇ ਮਨ ਕੀ ਭੁੱਖ। ਮਨ ਦੀ ਭੁੱਖ ਨਾਮ ਐ, ਅਸੀਂ ਹੋਰ ਹੀ ਕੁਛ ਮੰਗੀ ਜਾਂਦੇ। ਇਹ ਗੁਰੂ ਘਰ ਜਾ ਕੇ ਵੀ ਇਹ ਧਿਆਨ ਰੱਖਣਾ ਵਾ। ਗੁਰ ਸ਼ਬਦ ਦੇ ਧਾਰਨੀ ਬਣਨਾ, ਭਾਣੇ 'ਚ ਲਿਆਉਣਾ ਮਨ ਨੂੰ, ਫਿਰ ਇਹ ਸ਼ੁੱਧ ਹੁੰਦਾ ਹੈ। ਉਸ ਤੋਂ ਬਾਅਦ ਫਿਰ ਇਹਦੀ ਭਗਤੀ ਸ਼ੁਰੂ ਹੁੰਦੀ ਹੈ। ਫਿਰ ਮਨ ਬੁੱਧੀ ਮਾਇਆ ਦਾ ਤਿਆਗ ਕਰਕੇ ਆਪਦੇ ਮੂਲ ਹਰ 'ਚ ਲਏ ਹੋ ਜਾਂਦੇ ਨੇ। ਅੰਤਰਾਤਮਾ ਦੇਵਲੋਕ ਪਹੁੰਚ ਜਾਂਦੇ ਨੇ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਰਤੀ ਛੁੱਟੀ ਨਾਲ। ਫਿਰ ਇਹ ਸ਼ੁੱਧ ਹੁੰਦਾ ਹੈ ਗੁਰ ਸ਼ਬਦ ਦੇ ਗਿਆਨ ਨਾਲ। ਇੱਛਾ ਖਤਮ ਹੋ ਜਾਂਦੀਆਂ ਨੇ। ਰਹਾਓ ਸਿੰਘ ਚੋ ਭੋਜਨ ਜੋ ਨਰ ਜਾਣੇ, ਐਸੇ ਹੀ ਠੱਗ ਦਿਓ ਬਖਾਨੇ। ਕੀ ਸਮਝਾਉਂਦੇ ਆ ਭਗਤ ਜੀ? ਜਿਹੜੇ ਇਹ ਸਮਝਦੇ ਨਹੀਂ, ਸਿੰਘ ਤੋਂ ਭਾਵ ਸ਼ੇਰ। ਮਨ ਦਾ ਭੋਜਨ ਕੀ ਹੈ? ਬ੍ਰਹਮ। ਗਿਆਨੀ ਦਾ ਭੋਜਨ ਗਿਆਨ। ਰਾਮ ਦੀ ਅੰਸ਼ ਹੈ, ਬ੍ਰਹਮ ਦੀ ਅੰਸ਼ ਹੈ ਮਨ। ਇਹਦਾ ਭੋਜਨ ਕੀ ਹੈ? ਗਿਆਨ। ਭੁੱਖ ਕੀ ਚੋਂ ਪੂਰੀ ਕਰਦਾ ਹੈ? ਮਾਇਆ ਚੋਂ ਹੋਣੀ ਹੀ ਨਹੀਂ। ਜਪਜੀ ਸਾਹਿਬ ਆਪਾਂ ਨੂੰ ਸਮਝਾਇਆ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ, ਪਰ ਫਿਰ ਵੀ ਅਸੀਂ ਹਟਦੇ ਨਹੀਂ, ਸੁਣਦੇ ਨਹੀਂ ਨਾ, ਤਾਂ ਕਰਕੇ ਨਹੀਂ ਮਨ ਹਟਦਾ ਹੈਗਾ। ਸਿੰਘ ਚਾ ਭੋਜਨ ਜੋ ਨਰ ਜਾਣੇ, ਐਸੇ ਹੀ ਠੱਗ ਦਿਓ ਬਖਾਨੇ। ਇਹ ਠੱਗੀ ਵਾਲੀਆਂ ਭਗਤੀਆਂ ਕਿਸੇ ਨਾਲ ਨਹੀਂ ਲਾਉਂਦਾ, ਆਪਦੇ ਨਾਲ ਠੱਗੀ ਲਾਉਂਦਾ ਹੈ। ਜਿਹੜਾ ਸਮਝ ਲੈਂਦਾ ਹੈ ਉਹ ਪਾਰ ਨਿਕਲਦਾ ਹੈ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਵੇ ਪਾਰ। ਜਿਹੜੇ ਗੁਰ ਸ਼ਬਦ ਦੀ ਵਿਚਾਰ ਨਾਲ ਜੁੜ ਜਾਂਦੇ ਨੇ ਉਹ ਪਾਰ ਨਿਕਲ ਜਾਂਦੇ ਨੇ। ਪਾਰ ਉਹ ਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਆਤਮਾ ਦਾ ਪ੍ਰੀਤਮ ਤਾਂ ਫਿਰ ਸੀਤਾ ਦਾ ਪ੍ਰੀਤਮ, ਰਾਮ ਤਾਂ ਫਿਰ ਮਾਇਆ ਤੋਂ ਪਰੇ ਹੈ। ਜੋ ਪੁਲ ਦਿਖਾਉਂਦੇ ਨੇ ਰਮਾਇਣ ਦੇ ਵਿੱਚ ਵੀ, ਉਹ ਪੁਲ ਤੋਂ ਬਣਾ ਕੇ ਜਾਂਦਾ ਹੈ ਲੈਣ ਉਹਨੂੰ, ਉਹ ਬਾਹਰਲੀ ਗੱਲ ਹੈ। ਇਹ ਹੈ ਨਿਰਾਕਾਰ ਦੁਨੀਆ ਦਾ। ਫਿਰ ਸੀਤਾ ਜਾਂਦੀ ਹੈ ਰਾਮ ਕੋਲੇ ਭਾਈ। ਬਾਣੀ ਰਾਮ ਬਾਰੇ ਆਪਾਂ ਨੂੰ ਸਮਝਾ ਰਹੀ ਹੈ। ਰਾਮ ਸਿਮਰ ਮੂਹਰੇ ਪਛਤਾਏਗਾ। ਸਮਝ ਲਓ ਭਾਈ ਉਹ ਕਿਹੜਾ ਰਾਮ ਹੈ, ਉਹ ਕਿੱਥੇ ਰਹਿੰਦਾ ਹੈ? ਉਹ ਤਾਂ ਮਾਇਆ ਤੋਂ ਪਰੇ ਰਹਿੰਦਾ ਹੈ। ਇਹੀ ਤਾਂ ਆਪਾਂ ਵਿਚਾਰਨਾ ਸੀ। ਨਹੀਂ ਤਾਂ ਫਿਰ ਕੀ ਕਰਦੇ ਹਾਂ? ਠੱਗੀਆਂ ਲਾਉਂਦੇ ਹਾਂ। ਧਰਮ ਦੇ ਵਿੱਚ ਵੀ ਆ ਕੇ ਭਗਤ ਜੀ ਕਹਿੰਦੇ ਫਿਰ ਤੁਹਾਨੂੰ ਕੀ ਮਿਲੂਗਾ ਉਹਦੇ ਵਿੱਚ? ਬਿਰਧ ਪਿਓ ਸੂਝੇ ਨਹੀਂ ਕਾਲ ਪਹੁੰਚੇ ਆਉਣ। ਕਹੋ ਕਬੀਰ ਤਬ ਹੀ ਨਰ ਜਾਗੇ, ਜਬ ਜਮ ਕਾ ਡੰਡ ਮੂੜ ਮੇ ਲਾਗੇ। ਜਦੋਂ ਜਮ ਆਉਣਗੇ ਫਿਰ ਪਤਾ ਲੱਗ ਜੂਗਾ ਭਾਈ। ਨਾਮੇ ਕੇ ਸੁਆਮੀ ਲਾਹੇ ਝਗੜਾ ਹੈ, ਦਾਤਾ ਕਿਰਪਾ ਰਹਿਮਤ ਕਰੋ। ਕਹਿੰਦੇ ਸਾਡਾ ਤਾਂ ਝਗੜਾ ਮੁਕਾਤਾ ਭਾਈ, ਅਸੀਂ ਤਾਂ ਉਹਦੀ ਭਗਤੀ 'ਚ ਹੈਗੇ ਹੀ ਹਾਂ। ਪਿੱਛੇ ਵੀ ਆਪਾਂ ਨੂੰ ਸਮਝਾਇਆ ਉਹਨਾਂ ਨੇ, ਮਨ ਮੇਰੋ ਗੱਜੇ ਭਾ ਮੇਰੀ ਕਾਤੀ। ਆਪਾਂ ਵੀ ਇਹ ਪ੍ਰਾਪਤੀ ਕਰਨੀ। ਨਾਮੇ ਕੇ ਸੁਆਮੀ ਲਾਹੇ ਝਗੜਾ, ਇੱਥੇ ਆ ਕੇ ਝਗੜਾ ਖਤਮ ਹੋਣਾ ਹੈ। ਭਗਤ ਕਬੀਰ ਜੀ ਨੇ ਵੀ ਆਪਾਂ ਨੂੰ ਸਮਝਾਇਆ, ਹਿੰਦੂ ਮੁੱਲਾ ਛੋਡੇ ਦੋ ਹਮਰਾ ਝਗੜਾ ਰਿਹਾ ਨਾ ਕੋ। ਇਹ ਸੰਸਾਰ ਹੈ, ਇਹ ਐਵੇਂ ਚੱਲਦਾ ਰਹਿੰਦਾ ਹੈ ਝਗੜਾ। ਤੇ ਆਪੇ ਤੋਂ ਮੁਕਤ ਹੋ ਕੇ ਆਪਾਂ ਘਰ ਪਹੁੰਚਣਾ ਆਪਦੇ। ਰਾਮ ਰਸਾਇਣ ਪੀਓ ਰੇ ਦਗੜਾ, ਇਹ ਆਪਾਂ ਪ੍ਰਾਪਤੀ ਕਰਨੀ ਹੈ। ਰਾਮ ਰਸਾਇਣ ਹੈ, ਇਹ ਕੀ ਇੱਕ ਸ਼ਕਤੀ ਹੈ। ਇਹਦੇ ਨਾਲ ਆਪਾਂ ਨੂੰ ਆਤਮਿਕ ਬਲ ਮਿਲਦਾ, ਆਤਮ ਗਿਆਨ। ਮਨ ਬੁੱਧੀ ਮਾਇਆ ਦਾ ਤਿਆਗ ਕਰਕੇ ਆਪਣੇ ਘਰ ਚਲੇ ਜਾਂਦੇ ਨੇ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਰਤੀ ਛੁੱਟੀ ਨਾਲ। ਐਸੇ ਗੁਰਸਿੱਖਾਂ ਦੀ ਆਪਾਂ ਵੀ ਸੰਗਤ ਕਰੀਏ, ਆਪਾਂ ਵੀ ਪਾਰ ਨਿਕਲੀਏ। ਇਹ ਵਿਚਾਰਧਾਰਾ ਨਾਲ ਜੁੜੇ ਰਹੀਏ ਜੋ ਭਗਤ ਜੀ ਸਮਝਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।